ਦੇ ਵਿੱਚ ਹਰ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਾਜ਼ਿਲਕਾ ਤੋਂ। ਫਾਜ਼ਿਲਕਾ ਦੇ ਵਿੱਚ ਬਰਾਤੀਆਂ ਦੀ ਕਾਰ ਤੇ ਹਮਲਾ ਹੋਇਆ ਹੈ। ਕਈ ਬਦਮਾਸ਼ਾਂ ਦੇ ਵੱਲੋਂ ਮਿਲ ਕੇ ਹਮਲਾ ਕੀਤਾ ਗਿਆ। ਲਾੜੇ ਦੇ ਭਰਾ ਦੇ ਸਣੇ ਤਿੰਨ ਬਰਾਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਤਾਂ ਫਾਜ਼ਿਲਕਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਗਿਆ, ਬਰਾਤ ਤੇ ਹਮਲਾ ਕੀਤਾ ਗਿਆ। ਬਰਾਤ ਦੇ ਨਾਲ ਭਰੀ ਹੋਈ ਬੱਸ ਸੀ। ਲਾੜੇ ਦੇ ਭਰਾ ਦੇ ਸਣੇ ਦੱਸਦੀ ਕਿ ਤਿੰਨ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ। ਲਾਠੀਆਂ ਡੰਡਿਆਂ ਦੇ ਨਾਲ ਪਹੁੰਚੇ ਹੋਏ ਸਨ ਹਮਲਾਵਰ। ਇਹ ਤਸਵੀਰਾਂ ਦੇ ਵਿੱਚ ਸਾਫ਼ ਸਾਹਮਣੇ ਆਇਆ ਕਿਉਂਕਿ ਹਮਲੇ ਦੀ ਸਾਰੀ ਵੀਡੀਓ ਜਿਹੜੀ ਹੈ ਉਹ ਵੀ ਸਾਹਮਣੇ ਆ ਗਈ ਹੈ। ਡੀਜੇ ਤੇ ਗਾਣਾ ਵਜਾਉਣ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਸੀ। ਡੀਜੇ ਤੇ ਗਾਣਾ ਚਲਾਉਣ ਨੂੰ ਲੈ ਕੇ ਮਸਲਾ ਸ਼ੁਰੂ ਹੋਇਆ ਔਰ ਹਮਲੇ ਦੇ ਵਿੱਚ ਬਦਲਦਾ ਨਜ਼ਰ ਆਇਆ। ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਨਕਾਬਪੋਸ਼ ਜਿਹੜੇ ਆਏ ਨੇ ਔਰ ਕਈਆਂ ਦੇ ਵੱਲੋਂ ਮੂੰਹ ਬੰਨੇ ਗਏ ਨੇ ਔਰ ਲਾਠੀਆਂ ਡੰਡੇ ਉਹਨਾਂ ਦੇ ਹੱਥਾਂ ਦੇ ਵਿੱਚ ਨੇ। ਹਾਲਾਂਕਿ ਕਿਸੇ ਦੇ ਵੱਲੋਂ ਇਹ ਮੌਕੇ ਤੇ ਵੀਡੀਓ ਬਣਾਈ ਨਜ਼ਰ ਆ ਰਹੀ ਹੈ ਔਰ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ ਹੈ ਇਹਨਾਂ ਬਦਮਾਸ਼ਾਂ ਦੀ। ਦਰਜਨ ਭਾਰੇ ਲੋਕ ਅਸੀਂ ਕਹਿ ਸਕਦੇ ਹਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡੰਡੇ ਨਜ਼ਰ ਆ ਰਹੇ ਨੇ ਔਰ ਕਿਵੇਂ ਇਹਨਾਂ ਦੇ ਵੱਲੋਂ ਬੱਸ ਤੇ ਹਮਲਾ ਕਰ ਦਿੱਤਾ ਗਿਆ। ਦੂਜੀ ਤਸਵੀਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਹਮਲਾ ਕੀਤਾ ਗਿਆ ਕਿ ਬੱਸ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਭੰਨ ਤੋੜ ਦਿੱਤੀ ਗਈ ਹੈ। ਸ਼ੀਸ਼ੇ ਤੋੜ ਦਿੱਤੇ ਗਏ ਨੇ। ਵੱਡਾ ਨੁਕਸਾਨ ਬੱਸ ਦਾ ਹੋਇਆ ਹੀ ਹੈ ਪਰ ਦੂਜੇ ਪਾਸੇ ਜ਼ਖਮੀ ਵੀ ਕਰ ਦਿੱਤਾ ਗਿਆ ਨੇ ਕਿ ਅਜਿਹਾ ਹਮਲਾ ਕੀਤਾ ਗਿਆ। ਸਿਵਾਣਾ ਇਹ ਫਾਜ਼ਿਲਕਾ ਦਾ ਪਿੰਡ ਹੈ ਜਿੱਥੇ ਕਿ ਰੋਕ ਕੇ ਬਰਾਤ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ। ਫਾਜ਼ਿਲਕਾ ਦੇ ਪਿੰਡ ਚੂੜੀਵਾਲਾ ਤੋਂ ਦੱਸਦੀ ਕਿ ਸਿਵਾਣਾ ਇਹ ਬਰਾਤ ਜਾ ਰਹੀ ਸੀ ਔਰ ਹਮਲਾਵਰਾਂ ਨੇ ਪਿੰਡ ਸਿਵਾਣਾ ਦੇ ਕੋਲ ਇਹ ਬਰਾਤ ਰੋਕ ਲਈ। ਬਰਾਤ ਰੋਕ ਕੇ ਹਮਲਾ ਕੀਤਾ ਗਿਆ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨ ਤਸਵੀਰਾਂ ਦਿਖਾ ਰਹੇ ਤੁਹਾਨੂੰ। ਪਹਿਲੀ ਤਸਵੀਰ ਦੇ ਵਿੱਚ ਬਰਾਤੀਆਂ ਤੇ ਜੋ ਹਮਲਾ ਕੀਤਾ ਗਿਆ, ਦੂਜੀ ਦੇ ਵਿੱਚ ਗੱਡੀ ਦੀ ਭੰਨਤੋੜ ਕੀਤੀ ਗਈ ਹੈ। ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਕਿਵੇਂ ਇਹ ਸ਼ੀਸ਼ੇ ਤੋੜ ਦਿੱਤੇ ਗਏ ਨੇ। ਇਸ ਨੂੰ ਮਿੰਨੀ ਬੱਸ ਅਸੀਂ ਕਹਿ ਸਕਦੇ ਹਾਂ। ਔਰ ਤੀਜੀ ਤਸਵੀਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕਿ ਬਰਾਤੀ ਜਿਹੜੇ ਜ਼ਖਮੀ ਹੋਏ ਨੇ। ਪ੍ਰਦੀਪ ਨੇ ਫੋਨ ਲਾਈਨ ਤੇ ਜ਼ਿਆਦਾ ਜਾਣਕਾਰੀ ਲਈ। ਪ੍ਰਦੀਪ, ਹੋਰ ਕੀ ਕੁਝ ਜਾਣਕਾਰੀ ਇਸ ਸਾਰੇ ਮਾਮਲੇ ਦੇ ਵਿੱਚ? ਬਿਲਕੁਲ ਗੁਰਜੋਤ, ਜਿਹੜਾ ਪਿੰਡ ਚੂੜੀਵਾਲਾ ਦੇ ਅੰਦਰ ਇੱਕ ਨੌਜਵਾਨ ਦਾ ਜਿਹੜਾ ਵਿਆਹ ਰੱਖਿਆ ਗਿਆ ਸੀਗਾ ਜਿਸ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਸਨ। ਇਸ ਦੌਰਾਨ ਇੱਕ ਦਿਨ ਪਹਿਲਾਂ ਜਿਹੜਾ ਡੀਜੇ ਵੱਜ ਰਿਹਾ ਸੀਗਾ, ਡੀਜੇ ਦੇ ਦੌਰਾਨ ਜਿਹੜਾ ਨੌਜਵਾਨਾਂ ਦੇ ਅੰਦਰ ਗਾਣਾ ਵਜਾਉਣ ਨੂੰ ਲੈ ਕੇ ਜਿਹੜਾ ਦੱਸਿਆ ਜਾ ਰਿਹਾ, ਮੁੱਢਲੀ ਜਾਣਕਾਰੀ ਜਿਹੜੀ ਆ ਰਹੀ ਹੈ ਉਹ ਦੱਸਿਆ ਜਾ ਰਿਹਾ ਕਿ ਜਿਹੜਾ ਡੀਜੇ ਦੇ ਅੰਦਰ ਗਾਣਾ ਚਲਾਉਣ ਨੂੰ ਲੈ ਕੇ ਜਿਹੜਾ ਵਿਵਾਦ ਪੈਦਾ ਹੋਇਆ ਸੀਗਾ। ਜਿਸ ਤੋਂ ਬਾਅਦ ਅਗਲੇ ਦਿਨ ਜਦੋਂ ਬਰਾਤ ਜਾ ਰਹੀ ਸੀਗੀ ਤਾਂ ਰਾਸਤੇ 'ਚ ਕੁਝ ਨੌਜਵਾਨਾਂ ਨੇ ਜਿਹੜੀ ਹੈ ਬਰਾਤ ਦੀ ਗੱਡੀ ਨੂੰ ਰੋਕਿਆ ਗਿਆ ਜਿਸ ਉੱਤੇ ਇਹ ਅਟੈਕ ਕੀਤਾ ਗਿਆ। ਪਹਿਲਾਂ ਗੱਡੀ ਨੂੰ ਰੋਕਿਆ ਜਾਂਦਾ ਹੈ, ਫਿਰ ਉਸ ਤੇ ਹਮਲਾ ਕੀਤਾ ਜਾਂਦਾ ਹੈ, ਫਿਰ ਉਸ ਵਿੱਚ ਬੈਠੇ ਸਵਾਰੀਆਂ ਦੇ ਉੱਪਰ ਜਿਹੜੇ ਬਰਾਤੀਆਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਜਿਹੜਾ ਲਾੜੇ ਦਾ ਜਿਹੜਾ ਭਰਾ ਸੀਗਾ ਉਹ ਵੀ ਫੱਟੜ ਹੋਇਆ ਅਤੇ ਉਸਦੇ ਦੋ ਦੋਸਤ ਜਿਹੜਾ ਨੇ ਹਸਪਤਾਲ ਦੇ ਅੰਦਰ ਜੇਰੇ ਇਲਾਜ ਨੇ, ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉਹ ਜਾ ਰਹੇ ਸਨ ਤੇ ਪਿੰਡ ਸਿਵਾਣਾ ਦੇ ਕੋਲ ਜਦੋਂ ਉਹਨਾਂ ਦੀ ਗੱਡੀ ਪਹੁੰਚੀ ਤਾਂ ਕੁਝ ਨੌਜਵਾਨਾਂ ਨੇ ਜਿਹੜਾ ਹਥਿਆਰਾਂ ਦੇ ਨਾਲ ਲੈਸ ਸੀਗੇ, ਉਹਨਾਂ ਨੇ ਉਹਨਾਂ ਨੂੰ ਰੋਕਿਆ ਤੇ ਜਿਸ ਤੋਂ ਬਾਅਦ ਉਹਨਾਂ ਤੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਜਦੋਂ ਜ਼ਖਮੀ ਹੋ ਗਏ ਤੇ ਉਹ ਉੱਥੋਂ ਭੱਜ ਗਏ। ਇਸ ਦੌਰਾਨ ਉੱਥੇ ਇੱਕ ਜਿਹੜਾ ਨੌਜਵਾਨ ਸੀਗਾ ਉਹ ਵੀਡੀਓ ਵੀ ਬਣਾ ਰਿਹਾ ਸੀਗਾ। ਜਦੋਂ ਨੌਜਵਾਨਾਂ ਨੇ ਹਮਲਾ ਕਰਨ ਵਾਲਿਆਂ ਨੇ ਉਹ ਨੌਜਵਾਨ ਨੂੰ ਵੇਖਿਆ ਤਾਂ ਉਹ ਉਸਦੇ ਮਗਰ ਵੀ ਭੱਜੇ ਤੇ ਜਿਸ ਤੋਂ ਬਾਅਦ ਜੋ ਕਲਿੱਪ ਹੈ ਉਹ ਉਹਨਾਂ ਵੱਲੋਂ ਹੀ ਜਿਹੜੀ ਤਿਆਰ ਕੀਤੀ ਗਈ ਹੈ ਤੇ ਜੋ ਹੁਣ ਵਾਇਰਲ ਹੋ ਰਹੀ ਹੈ। ਜੀ ਠੀਕ ਹੈ ਪ੍ਰਦੀਪ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਇਹ ਤਿੰਨ ਤਸਵੀਰਾਂ ਦਿਖਾ ਰਹੇ ਹਾਂ। ਬਰਾਤੀਆਂ ਤੇ ਹਮਲਾ ਕੀਤਾ ਗਿਆ। ਵੀਡੀਓ ਜਿਹੜੀ ਹੈ ਮੌਕੇ ਤੇ ਬਣਾਈ ਗਈ ਔਰ ਜਿਸ ਨੌਜਵਾਨ ਵੱਲੋਂ ਬਣਾਈ ਗਈ ਉਸ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਦੂਜੀ ਤਸਵੀਰ ਹੈ ਗੱਡੀ ਦੀ ਭੰਨਤੋੜ ਕੀਤੀ ਗਈ ਜਿਸ ਗੱਡੀ ਦੇ ਵਿੱਚ ਇਹ ਬਰਾਤੀ ਮੌਜੂਦ ਸਨ ਜਾਂ ਜਿਨ੍ਹਾਂ ਦੇ ਨਾਲ ਇਹਨਾਂ ਹਮਲਾਵਰਾਂ ਦਾ ਵਿਵਾਦ ਹੋਇਆ ਹੋਏਗਾ ਉਹਨਾਂ ਤੇ ਹਮਲਾ ਕੀਤਾ ਗਿਆ ਔਰ ਗੱਡੀ ਦੀ ਭੰਨਤੋੜ ਵੀ ਕਰ ਦਿੱਤੀ ਗਈ ਹੈ। ਸੋ ਇਹ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਲਾਠੀਆਂ ਡੰਡੇ ਇਹਨਾਂ ਨੌਜਵਾਨਾਂ ਦੇ ਹਮਲਾਵਰਾਂ ਦੇ ਹੱਥਾਂ ਦੇ ਵਿੱਚ ਨੇ। ਇੱਕ ਦਿਨ ਪਹਿਲਾਂ ਇਹ ਸਾਰਾ ਵਿਵਾਦ ਹੋਇਆ ਔਰ ਇਸ ਵਿਵਾਦ ਦੇ ਵਿਚਾਲੇ ਇਹ ਹਮਲੇ ਦੀ ਖਬਰ, ਕਿਉਂਕਿ ਹਮਲਾ ਕੀਤਾ ਗਿਆ, ਬਰਾਤ ਜਾ ਰਹੀ ਸੀ, ਵਿਆਹ ਦਾ ਦਿਨ ਸੀ ਪਰ ਉੱਥੇ ਰੋਕ ਕੇ ਬਰਾਤ ਤੇ ਇਹ ਲਾਠੀਆਂ ਡੰਡਿਆਂ ਨਾਲ ਹਮਲਾ। ਅਸੀਂ ਰਾਸਤੇ ਤੋਂ ਆ ਰਹੇ ਸੀ ਜੀ, ਰਾਸਤੇ 'ਚ ਗੱਡੀ ਰੋਕੀ, ਠੀਕ ਹੈ, ਮੁੰਡੇ ਬਹੁਤ ਸੀਗੇ ਜੀ, 20-25 ਮੁੰਡੇ ਸੀਗੇ, ਠੀਕ ਹੈ, ਸਾਰਿਆਂ ਕੋਲ ਕਾਪੇ ਗੰਡਾਸੇ ਤੇ ਇੱਕ ਬੰਦੇ ਕੋਲ ਰਿਵੋਲਵਰ ਸੀਗਾ, ਠੀਕ ਹੈ। ਉਹਨਾਂ ਨੇ ਸਾਨੂੰ ਰੋਕਿਆ, ਠੀਕ ਹੈ, ਗੱਡੀ ਭੰਨੀ, ਸ਼ੀਸ਼ੇ ਤੋੜੇ ਤੇ ਉੱਤੋਂ ਇਸ ਮੁੰਡੇ ਨੂੰ ਬਾਹਰ ਕੱਢਿਆ, ਰਾਜੇਸ਼ ਨੂੰ ਬਾਹਰ ਕੱਢਿਆ ਉਹਨਾਂ ਨੇ, ਠੀਕ ਹੈ। ਅਸੀਂ ਅੰਦਰ ਬੈਠੇ ਸੀ, ਸਾਡੇ ਸੱਟਾਂ ਮਾਰੀਆਂ, ਠੀਕ ਹੈ, ਆਹ ਪੈਰ ਤੇ ਵੱਜੀ ਹੈਗੀ ਹੈ ਤੇ ਆਹ ਗੋਡਾ ਹੈਗਾ, ਆਹ ਕਰੈਕ ਹੈਗਾ। ਸਿਵਾਣੇ ਜਾ ਰਹੇ ਸੀਗੇ ਬਰਾਤ 'ਚ। ਅੱਛਾ, ਆਏ ਕਿੱਥੋਂ ਸੀ? ਆਏ ਚੂੜੀ ਵਾਲੇ ਤੋਂ ਜੀ। ਉਹਨਾਂ ਨੇ ਸਾਨੂੰ ਤਾਂ ਪਤਾ ਹੀ ਨਹੀਂ ਜੀ, ਅਸੀਂ ਰਾਤੀ ਟਾਈਮ ਨਾਲ ਘਰੇ ਸੋ ਗਏ ਸੀ ਜੀ, ਠੀਕ ਹੈ। ਸਵੇਰੇ ਉਹਨਾਂ ਨੇ ਆਖਿਆ ਕਹਿੰਦਾ ਬਰਾਤ 'ਤੇ ਜਾਣਾ ਹੈ, ਮੈਂ ਕਿਹਾ ਅਸੀਂ ਚੱਲਾਂਗੇ, ਠੀਕ ਹੈ।
ਸਾਨੂੰ ਕੋਈ ਰਾਤ ਦੀ ਕੋਈ ਗੱਲ ਦੀ ਪਤਾ ਨਹੀਂ, ਨਾ ਸਵੇਰ ਦੀ ਕੋਈ ਪਤਾ। ਠੀਕ ਹੈ, ਨਜਾਇਜ਼ ਹਮਲਾ ਕੀਤਾ, ਠੀਕ ਹੈ, ਨਜਾਇਜ਼ ਕੁਝ ਸਾਡੇ ਨਾਲ ਕੀਤਾ, ਅਸੀਂ ਕਰਾਂਗੇ। ਵੀਡੀਓ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਹੈ, ਉਸ ਵੀਡੀਓ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਵੀ ਕੋਈ ਬਰਾਤ ਆਈ ਸੀ, ਉਹਦੇ ਚ ਦੋਨੇ ਤਿੰਨ ਆਪਸ ਚ ਲੜੀਆਂ। ਉਹਦੇ ਚ ਅਸੀਂ ਪੜਤਾਲ ਕਰਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ। ਸਾਡੇ ਕੋਲ ਅਜੇ ਥਾਣੇ ਕੋਈ ਵੀ ਨਾ ਕੋਈ ਲਿਖਤੀ ਕੰਪਲੇਂਟ ਆਈ ਹੈ, ਨਾ ਕੋਈ ਥਾਣੇ ਲਿਖਤੀ MLR ਕੋਈ ਮਸੂਲ ਹੋਈ ਹੈ। ਫਿਰ ਅਸੀਂ ਆਪਣੇ ਲੈਵਲ ਤੇ ਸਾਡੇ ਕੋਲ ਨੋਟ ਚ ਆਈ ਹੈ, ਕੋਈ ਪੜਤਾਲ ਕਰਾਂਗੇ, ਪੜਤਾਲ ਕਰਕੇ ਜੋ ਵੀ ਕਾਰਵਾਈ ਬਣਦੀ ਕੀਤੀ ਜਾਏਗੀ। ਤਾਂ ਪੁਲਿਸ ਜਾਂਚ ਦੀ ਗੱਲ ਕਹਿ ਰਹੀ ਹੈ। ਅੱਗੇ ਵਧਦੇ ਹਾਂ, ਦੀਪਕ ਟਿੰਨੂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਟਿੰਨੂ ਨੂੰ ਭਜਾਉਣ ਦੇ ਵਿੱਚ 5 ਹਥਿਆਰਬੰਦ ਸ਼ਾਮਿਲ ਸਨ, ਬਦਮਾਸ਼ ਸਨ। ਸੂਤਰਾਂ ਦੇ ਮੁਤਾਬਿਕ ਜਾਣਕਾਰੀ ਸਾਹਮਣੇ ਆ ਰਹੀ ਹੈ, ਹਥਿਆਰਾਂ ਦੇ ਨਾਲ ਲੈਸ ਹੋ ਕੇ 2 ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇਹ ਆਏ ਸਨ ਔਰ ਜਿਨ੍ਹਾਂ ਦੇ ਵੱਲੋਂ ਭਜਾਇਆ ਗਿਆ ਹਥਿਆਰਾਂ ਦੇ ਨਾਲ ਇਹ ਲੈਸ ਸਨ ਔਰ 2 ਗੱਡੀਆਂ ਇਹਨਾਂ ਦੇ ਕੋਲ ਮੌਜੂਦ ਸੀ। ਔਰ ਜਿਸ ਵੇਲੇ ਗਏ ਨੇ ਤਾਂ ਕਾਰ ਦੇ ਵਿੱਚ ਗਰਲਫ੍ਰੈਂਡ ਦੇ ਨਾਲ ਬੈਠ ਕੇ ਫਰਾਰ ਹੋਇਆ ਟਿੰਨੂ। ਇਹ ਵੀ ਖੁਲਾਸਾ ਇਸ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਆਪਣੀ ਗਰਲਫ੍ਰੈਂਡ ਦੇ ਨਾਲ ਬੈਠ ਕੇ ਫਰਾਰ ਹੋਇਆ ਟਿੰਨੂ। ਫਰਾਰ ਹੋਣ ਵੇਲੇ ਟਿੰਨੂ ਦੇ ਕੋਲ 9mm ਦਾ ਪਿਸਟਲ ਵੀ ਸੀ, ਪਿਸਤੌਲ ਵੀ ਸੀ। ਇਹ ਵੀ ਜਾਣਕਾਰੀ ਹੈ। CIA ਸਟਾਫ ਦੇ ਨੇੜੇ ਵੀ ਘੁੰਮ ਰਹੀਆਂ ਸਨ ਗੱਡੀਆਂ, ਇਹ ਵੀ ਮਿਲਿਆ, ਜਾਣਕਾਰੀ ਮਿਲੀ ਹੈ। ਔਰ ਖਾਸ ਤੌਰ ਤੇ ਇੱਕ ਵੱਡੀ ਲੀਡ ਅਸੀਂ ਇਸ ਨੂੰ ਮੰਨ ਸਕਦੇ ਕਿਉਂਕਿ ਲਗਾਤਾਰ ਖੁਲਾਸੇ ਵੀ ਹੋ ਰਹੇ ਨੇ। ਜਾਣਕਾਰੀ ਵੀ ਆ ਰਹੀ ਹੈ ਪ੍ਰਿਤਪਾਲ ਦੀ ਸਰਕਾਰੀ ਕੋਠੀ ਤੋਂ ਫਰਾਰ ਹੋਇਆ ਸੀ ਟਿੰਨੂ, ਕਿਉਂਕਿ ਪਹਿਲਾਂ ਗੈਸਟ ਹਾਊਸ ਵਾਲੀ ਕਹਾਣੀ ਕਰੀ ਗਈ ਸੀ, ਪਰ ਉਸ ਤੋਂ ਬਾਅਦ ਇਹ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਗੈਸਟ ਹਾਊਸ ਦੇ ਵਿੱਚ ਨਹੀਂ ਬਲਕਿ ਸਰਕਾਰੀ ਕੋਠੀ ਦੇ ਵਿੱਚ ਫਰਾਰ ਹੋਇਆ। ਔਰ 2 ਗੱਡੀਆਂ ਹਥਿਆਰਬੰਦ ਲੋਕ ਜਿਹੜੇ ਨੇ ਉਹ ਲੈ ਕੇ ਆਏ ਨੇ, ਜਿਨ੍ਹਾਂ ਦੇ ਵੱਲੋਂ ਛੁਡਵਾਇਆ ਗਿਆ ਜਾਂ ਕਹਿ ਲਈਏ ਭਜਾਇਆ ਗਿਆ। मनोज राठी ने फोन लाइन पे। मनोज की कुछ जानकारी है, एक तो बाद एक अहम खुलासे हो रहे ने और लगातार सवाल बरकरार सी कि किवें फरार होया दीपक टिन्नू। देखो गुजरात ਇਹਦੇ ਵਿੱਚ ਕਈ ਜਿਹੜੇ ਖੁਲਾਸੇ ਹੈ ਉਹ ਸਾਹਮਣੇ ਆ ਰਹੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਦੀਪਕ ਟਿੰਨੂ ਕਿੱਥੋਂ ਫਰਾਰ ਹੋਇਆ। ਇਹ ਕਲੀਅਰ ਹੋ ਚੁੱਕਿਆ ਹੈ ਕਿ ਪ੍ਰੀਤਪਾਲ ਦੀ ਜਿਹੜੀ ਸਰਕਾਰੀ ਕੋਠੀ ਹੈ ਉੱਥੋਂ ਦੀਪਕ ਟਿੰਨੂ ਫਰਾਰ ਹੋਇਆ, ਕਿਉਂਕਿ CCTV ਜਿਹੜੀ ਆਈ ਹੈ ਉਹਦੇ ਵਿੱਚ ਕਈ ਰਾਜ਼ ਜਿਹੜੇ ਉਹ ਖੁੱਲਦੇ ਨਜ਼ਰ ਆ ਰਹੇ ਹਨ। 2 ਗੱਡੀਆਂ ਸੀ ਜਿਹੜੇ ਪੁਲਿਸ ਸੋਰਸ ਜਾਣਕਾਰੀ ਦੇ ਰਹੇ, ਇੱਕ ਬਲੈਕ ਕਲਰ ਦੀ ਗੱਡੀ ਸੀ। ਇਹ ਉਹੀ ਗੱਡੀ ਹੈ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਹੀ ਗੱਡੀ ਹੈ ਜੋ ਕਿ ਉਹਦੀ ਗਰਲਫ੍ਰੈਂਡ ਦੀ ਗੱਡੀ ਹੈਗੀ ਬਲੈਕ ਕਲਰ ਦੀ, ਜਿਹਨੂੰ ਥੋੜੇ ਦਿਨ ਪਹਿਲਾਂ ਦੀਪਕ ਟਿੰਨੂ ਨੇ ਆਪਣੀ ਗਰਲਫ੍ਰੈਂਡ ਨੂੰ ਗਿਫਟ ਦਿੱਤੀ ਸੀ। ਇੱਕ ਗੱਡੀ ਉਹ ਹੈਗੀ, ਦੂਜੀ ਗੱਡੀ ਇੱਕ ਹੋਰ ਦੱਸੀ ਜਾ ਰਹੀ ਹੈ ਫੋਰਚੂਨਰ ਗੱਡੀ ਹੈ। 2 ਗੱਡੀਆਂ ਉੱਥੇ ਆਈ ਸੀ ਤੇ ਉਹਨੂੰ ਲੈ ਕੇ ਗਈ ਹੈ ਜਿਹੜੀ CCTV ਦੇਖੀ, ਜਿਹੜੇ ਪੁਲਿਸ ਸੋਰਸ ਸਾਨੂੰ ਜਾਣਕਾਰੀ ਦੇ ਰਹੇ। ਤੇ ਹੁਣ 2 ਗੱਡੀਆਂ 'ਚ 5 ਤੋਂ 6 ਬੰਦੇ ਵੀ ਸਵਾਰ ਸੀਗੇ, यानी कि पूरी प्लैनिंग पूरी उस तो पहला, क्योंकि जिस दिन फरार होया सेम डे ਤਾਂ ਇਹ ਸਾਰੀ ਚੀਜ਼ਾਂ ਨਹੀਂ ਹੋਈ, ਉਸ ਤੋਂ ਪਹਿਲਾਂ ਸਾਰੀ ਪਲੈਨਿੰਗ ਹੋਈ ਹੈ, ਪੂਰੀ ਰੈਕੀ ਹੋਈ ਹੈ। ਕਿਉਂਕਿ ਇਹ ਵੀ ਜਿਹੜੇ ਪੁਲਿਸ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਹੈ ਕਿ ਪਹਿਲਾਂ ਵੀ ਉੱਥੇ ਉਹ ਗੱਡੀਆਂ ਦੇਖੀ ਗਈਆਂ, यानी कि ਰੈਕੀ ਹੋਈ ਹੈ, यानी कि पूरी प्लैनिंग ਹੋਈ ਹੈ, यानी कि ਦੀਪਕ ਟਿੰਨੂ ਨੇ ਪੂਰੀ ਪਲੈਨਿੰਗ ਕੀਤੀ ਹੋਈ ਸੀ। ਉਸ ਤੋਂ ਬਾਅਦ ਉਹਨੂੰ ਝਾਂਸਾ ਦਿੱਤਾ, ਪ੍ਰੀਤਪਾਲ ਨੂੰ ਝਾਂਸਾ ਦਿੱਤਾ, ਜੋ ਵੀ ਲਾਲਚ ਹੈਗਾ। ਹਾਲੇ ਕਿ ਹਜੇ ਤੱਕ किसी भी तरह की कोई गलबात नहीं आई कि आखिर लालच की थी, क्योंकि बार बार प्रीतपाल तो यही कहना नजर आ रहा है कि उन्हें मैनू रिकवरी करानी सी, इस करके मैं उन्होंने लेके गया थी। लेकिन सवाल तो उत्थे भी खड़े होंगे, जेकर रिकवरी करानी सी तो कोई सिक्योरिटी कितने सी, हत्यारी कितने सी, पर्सनल गड्डी क्यों सी, सिक्योरिटी होर सरकारी गड्डियां क्यों नहीं थी, बहुत सारे सवाल ने। लेकिन हुण तक जी क्लीयर चीज़ां हुई है कि उहदे विच यही गल सामने आ रही है, जिहड़े सोर्सिस पुख्ता सोर्सिस जिहड़े जानकारी दे रहे कि 2 ਗੱਡੀਆਂ, ਇੱਕ ਬਲੈਕ ਕਲਰ ਦੀ ਗੱਡੀ ਸੀਗੀ ਉਹਦੀ ਗਰਲਫ੍ਰੈਂਡ ਦੀ ਦੱਸੀ ਜਾ ਰਹੀ ਹੈ, ਤੇ ਇੱਕ ਹੋਰ ਫੋਰਚੂਨਰ ਗੱਡੀ ਵੀ ਸੀਗੀ, ਕਿਉਂਕਿ ਬਹੁਤ ਹੀ ਤੇਜ਼ੀ ਨਾਲ ਉੱਥੋਂ ਨਿਕਲੀ ਔਰ ਰਾਤ ਕਰੀਬ 1:30 ਤੋਂ 2 ਵਜੇ ਉਹ ਫਰਾਰ ਹੋਇਆ ਹੈ। ਜਿਹੜੀ ਟਾਈਮਿੰਗ ਦੀ ਗੱਲ ਹੁਣ ਤੱਕ ਸਾਹਮਣੇ ਆ ਰਹੀ, ਯਾਨੀ ਕਿ ਕਿਉਂਕਿ ਇੱਕ ਗੱਲ ਹੋਰ ਹੈ ਕਿ ਜਿਹੜੀ ਪੁਲਿਸ ਸੋਰਸਿਸ ਦੇ ਰਹੇ ਕਿ ਜਿੱਥੇ ਪ੍ਰੀਤਪਾਲ ਦੀ ਸਰਕਾਰੀ ਕੋਠੀ ਹੈਗੀ ਉੱਥੋਂ ਜਦ ਬਾਹਰ ਨੂੰ ਨਿਕਲਦੇ ਤੇ ਕਾਫੀ ਜਿਹੜਾ ਏਰੀਆ ਹੈ ਉਹ ਕੰਜਸਟਿਡ ਏਰੀਆ, ਕੰਜਸਟਿਡ ਮਤਲਬ ਜਿਹੜੀ ਗਲੀਆਂ ਹੈਗੀਆਂ, ਜਿਹੜੇ ਰਾਸਤੇ ਹੈਗੇ ਉਹ ਕਾਫੀ ਜ਼ਿਆਦਾ ਵੱਡੇ ਨਹੀਂ ਹੈ, ਉਹ ਛੋਟੇ ਛੋਟੇ ਰਾਸਤੇ ਹੈ। ਜਿਹਦਾ ਮਤਲਬ ਇਹ ਹੈ ਕਿ ਪੂਰੀ ਪਹਿਲਾਂ ਉਹਦੇ ਘਰ ਦੀ ਰੈਕੀ ਵੀ ਕੀਤੀ ਗਈ ਹੈ, ਪੂਰਾ ਜਿਹੜਾ ਹੈਗਾ CI ਸਟਾਫ ਦੀ ਵੀ ਰੈਕੀ ਕੀਤੀ ਗਈ ਹੈ। ਔਰ ਉਸ ਤੇ ਇਹ ਜਿਹੜੀ ਪਲੈਨਿੰਗ ਚੱਲ ਰਹੀ ਸੀ, ਕਿਉਂਕਿ 5ਵੀਂ ਵਾਰ ਇਹਨੂੰ ਪ੍ਰੋਟੈਕਸ਼ਨ ਵਾਰੰਟ ਤੇ ਜਦ ਪ੍ਰੀਤਪਾਲ ਲੈ ਕੇ ਆਇਆ, यानी कि पहला ही, क्योंकि दीपक टिन्नू एक इस तरह का गैंगस्टर है, ਅਸੀਂ लगातार जिक्र कर रहे हैं कि बहुत ही शातिर ਪਹਿਲਾਂ ਵੀ ਭੱਜਿਆ ਹੋਇਆ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਹਰਿਆਣਾ ਦੇ ਉੱਥੋਂ ਪੰਚਕੂਲਾ ਤੋਂ ਭੱਜਿਆ ਸੀਗਾ, ਇੱਕ ਵਾਰ ਹਿਸਾਰ ਤੋਂ ਭੱਜਿਆ ਸੀ। ਤੇ ਹੁਣ ਇਹਨੇ ਜਿਹੜੀ ਜਿਸ ਤਰੀਕੇ ਦੀ ਪਲੈਨਿੰਗ ਕੀਤੀ ਹੈ, ਜਿਸ ਤਰੀਕੇ ਨਾਲ ਹੋਰ ਬੰਦਿਆਂ ਨਾਲ ਸੰਪਰਕ ਕਰਕੇ, ਕਿਉਂਕਿ ਜਿਹੜੀ ਮੋਬਾਈਲ ਸੀਗਾ ਉਹਦੇ ਕੋਲ ਜਿਹੜਾ ਪ੍ਰੀਤਪਾਲ ਨੇ ਦਿੱਤਾ ਹੋਇਆ ਸੀਗਾ, ਤੁਸੀਂ ਦੱਸ ਰਹੇ ਕਿ ਉਸੇ ਮੋਬਾਈਲ ਤੋਂ ਲਗਾਤਾਰ ਉਹ ਗੱਲਬਾਤ ਕਰ ਰਿਹਾ ਸੀਗਾ।